ਅੱਜ ਕਿਸਾਨਾਂ ਦੀ ਬੈਠਕ ਕੇਂਦਰ ਸਰਕਾਰ ਨਾਲ ਇੱਕ ਵਾਰ ਫਿਰ ਬੇਸਿੱਟਾ ਰਹੀ। ਕਿਸਾਨ ਜਥੇਬੰਦੀਆਂ ਨੇ ਗੱਲਬਾਤ ਦੌਰਾਨ ਬੈਠਕ ਅੰਦਰ ਮੌਨ ਵੀ ਧਾਰਨ ਕੀਤਾ। ਮੌਨ ਧਾਰਨ ਕਿਸਾਨ ਜਥੇਬੰਦੀਆਂ ਨੂੰ ਇਸ ਕਰਕੇ ਕਰਨਾ ਪਿਆ ਕਿਉਂਕਿ ਹਰ ਵਾਰ ਦੀ ਤਰ੍ਹਾਂ ਕੇਂਦਰ ਅੱਜ ਵੀ ਕਿਸੇ ਸਿੱਟੇ ਤੇ ਨਹੀਂ ਆ ਰਹੀ ਸੀ। ਖੇਤੀ ਕਾਨੂੰਨਾਂ ਦੀ ਮਹੱਤਤਾ ਕਿਸਾਨ ਨੂੰ ਦੱਸੀ ਜਾ ਰਹੀ ਸੀ, ਪਰ ਕਿਸਾਨ ਆਗੂਆਂ ਦੇ ਕੇਂਦਰ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕੇਂਦਰ ਨੂੰ ਇੱਕ ਹੀ ਬਾਤ ਪਾਈ, ਯੈਸ ਔਰ ਨੋ, ਤੁਸੀਂ ਕਾਲੇ ਕਾਨੂੰਨ ਰੱਦ ਕਰਨੇ ਜਾ ਹਨ ਜਾਂ ਨਹੀਂ। ਆਓ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾਈਏ। ਦਿੱਲੀ ਤੋਂ ਰਿਪੋर्ट ਕਰਨਜੀਤ ਸਿੰਘ ਦੀ ਖਬਰ ਫਾਸਟ 24। ਅਸੀਂ ਉਹਨਾਂ ਦੀ ਗੱਲ ਦਾ ਕੋਈ ਜਵਾਬ ਨਹੀਂ ਸੀ ਦੇ ਰਹੇ। सर पहले अपना नाम बताइएगा। मैं मेजर सिंह पुन्नावाल, जनरल सेक्रेटरी कुल हिंद किसान सभा पंजाब। आज सरकार के खिलाफ काफी लंबा समा गल करन तो बाद जदों किसानां ने कहा भी इहनूं रद्द करो, सरकार ने कोई गल ना कीती। किसानां ने मौन धार लिया। मौन धारन तो बाद मंत्री चले गए राय करन। ਅਸੀਂ ਉਹਨਾਂ ਦੇ ਸਾਹਮਣੇ ਇਹ ਲਿਖ ਕੇ ਲਾ ਦਿੱਤਾ, ਬਿਲਕੁਲ ਆਹ ਲਿਖ ਕੇ ਲਾ ਦਿੱਤਾ, ਬੋਲੇ ਨਹੀਂ ਕਿਸਾਨ। ਉਸ ਤੋਂ ਬਾਅਦ ਇਹਨਾਂ ਦਾ ਹੋਇਆ दर्शनपाल जी क्यों आऊंगा सर क्या बातचीत हुई अंदर? दर्शनपाल जी क्या बातचीत हुई अंदर? नहीं निकलने देना। दर्शनपाल जी क्या बातचीत अंदर हुई है? दर्शनपाल जी क्या बातचीत अंदर हुई है? दर्शनपाल जी क्या बातचीत अंदर हुई है? बातचीत बहुत अच्छी हुई है, बहुत ਸਾਡੇ ਰੱਦ ਕਰਤੇ ਉਹਨਾਂ ਨੂੰ ਆ ਗਿਆ ਕਿ ਰੱਦ ਕਰਨ ਲਈ ਅਸੀਂ ਪ੍ਰਧਾਨ ਮੰਤਰੀ ਤੇ ਹੋਰਾਂ ਨਾਲ ਗੱਲ ਕਰਕੇ 9 ਤਰੀਕ ਦੀ ਮੀਟਿੰਗ ਕਰਾਂਗੇ ਸਿਰਫ ਰੱਦ ਕਰਨ ਦਾ ਮੁੱਦਾ। अंदर किस तरीके का माहौल था आज? दर्शनपाल जी अंदर किस तरीके का माहौल था आज? माहौल अच्छा था, बहुत टेंशन हुआ। हमने अंदर मौन व्रत रख लिया, वो हम बोले नहीं। उन्होंने बार बार कुछ किया, नहीं बोले हम। और उसके बाद जो है वो आए बात करके, तो उन्होंने कहा कि ठीक है आपका एजेंडा है रद्द करवाना, तो रद्द करने के लिए हम 1 दिन लेते थे, वो हमने 2 दिन दे दिए। 8 तारीख का बंद है। 8 तारीख को वो हमें प्रपोजल भेजेंगे और अभी एजेंडा फोकस हो गया एक ही चीज के ऊपर कि रद्द करने हैं या नहीं करने हैं। सो ये फोकस हो गया एजेंडा। अमेंडमेंट के लिए हमने जवाब दे दिया। अमेंडमेंट का एजेंडा खत्म हो गया। अमेंड का एजेंडा खत्म हो गया। रद्द करने हैं हाँ या ना? तैयार हो गए? रद्द के लिए तैयार है? रद्द के लिए तैयार है या नहीं तैयार है? उन्होंने कहा कि हम आप बात करेंगे, हाई पावर कमेटी जो बात करेगी और हाई पावर गल करने की कोशिश करांगे। नवी मीटिंग की तारीख क्यों रखी गई? क्योंकि सरकार ਜਿਹੜੀ ਆ ਉਹ ਕਹਿੰਦੀ ਸਾਨੂੰ ਸਮੇਂ ਚਾਹੀਦਾ। ਸਰਕਾਰ ਕਹਿੰਦੀ ਆ ਵੀ ਇਹ ਜਿਹੜੇ ਰੱਦ ਕਰਨੇ ਵਾਸਤੇ ਸਾਨੂੰ ਐਲਾਨ ਕੀਤਾ ਸੀ ਪ੍ਰੈਸ ਕਾਨਫਰੰਸ 'ਚ ਅਸੀਂ ਸਮਾਂ ਨਹੀਂ ਦੇਣਾ, ਅਸੀਂ ਹੁਣ ਟੇਬਲ ਟਾਕ ਦੀ ਸੰਘਰਸ਼ ਤਿੱਖਾ ਕਰਨਾ। ਫਿਰ ਅੱਜ ਨਵੀਂ ਮੀਟਿੰਗ ਦਾ ਏਜੰਡਾ ਕਿਉਂ ਰੱਖਿਆ ਗਿਆ? ਅਸੀਂ ਇਹ ਸਮਝਦੇ ਹਾਂ ਸਰਕਾਰ ਰੱਦ ਕਰਨੇ ਨੂੰ ਸੋਚ ਰਹੀ ਹੈ ਤੇ ਸਾਨੂੰ ਇਹ ਗੱਲ ਤੋੜ ਕੇ ਨਹੀਂ ਜਾਣਾ ਚਾਹੀਦਾ। ਅਸੀਂ ਟੇਬਲ ਟਾਕ ਤੋਂ ਨਹੀਂ ਭੱਜਾਂਗੇ। ਸਰਕਾਰ ਨੂੰ ਇਹ ਮੌਕਾ ਨਹੀਂ ਦੇਣਾ ਚਾਹੁੰਦੇ ਕਿ ਉਹ ਕਹਿਣ ਕਿ ਇਹ ਜਿਹੜੇ ਆ ਟੇਬਲ ਟਾਕ ਤੋਂ ਭੱਜ ਰਹੇ ਨੇ। ਇਸ ਕਰਕੇ ਅਸੀਂ ਜਿਹੜੀ 9 ਤਰੀਕ ਆਈ ਮੀਟਿੰਗ ਨੂੰ ਮੰਨ ਲਿਆ। ਇਹ ਤਖਤੀਆਂ ਇਸ ਕਰਕੇ ਜਦੋਂ ਚਾਹ ਦੇ ਟਾਈਮ ਕੀ ਟਾਈਮ ਹੋਇਆ ਤੇ ਸਰਕਾਰ ਜਦੋਂ ਮੁੜ ਕੇ ਆਈ ਹੈ ਕਿ ਉਹ ਤੋਂ ਪਹਿਲਾਂ ਅਸੀਂ ਮੌਨ ਧਾਰ ਲਿਆ ਸੀ। ਅਸੀਂ ਕੁਰਸੀਆਂ ਪਿੱਛੇ ਕਰਤੀਆਂ, ਮਾਈਕ ਨੀਚੇ ਕਰ ਦਿੱਤੇ ਔਰ ਜਦੋਂ ਦੁਬਾਰਾ ਆਏ ਅਸੀਂ ਕਿਹਾ ਹੁਣ ਬੋਲਣਾ ਨਹੀਂ, ਸਿਰਫ ਯੈਸ ਔਰ ਨੋ ਲੈਣੀ ਆ, ਤੁਸੀਂ ਕਾਨੂੰਨ ਰੱਦ ਕਰੋਗੇ ਜਾਂ ਨਹੀਂ। ਇਸ ਕਰਕੇ ਯੈਸ ਔਰ ਨੋ ਦੀਆਂ ਤਖਤੀਆਂ ਲਿਖ ਕੇ ਹੱਥ 'ਚ ਫੜ ਲਈਆਂ। ਅਸੀਂ ਕਿਹਾ ਅਸੀਂ ਬੋਲਾਂਗੇ ਨਹੀਂ। ਤੇ ਫਿਰ ਸਰਕਾਰ ਨੇ ਗੱਲ ਕਹੀ ਕਿ ਅਸੀਂ ਚਰਚਾ ਕਰਾਂਗੇ, ਇਹ ਰੱਦ ਕਰਨ ਵਾਸਤੇ ਸਾਨੂੰ ਆਪਣੀ ਸਰਕਾਰ 'ਚ ਰਾਜਾਂ 'ਚ ਗੱਲ ਕਰਨ ਦਾ ਸਾਨੂੰ ਟਾਈਮ ਦਿਓ। ਭਾਰਤ ਬੰਦ ਦਾ ਐਲਾਨ ਉਹ ਕਾਇਮ ਰਹੇਗਾ 8 ਤਰੀਕ ਨੂੰ? ਬਿਲਕੁਲ ਕਾਇਮ ਰਹੇਗਾ। ਇਸੇ ਕਰਕੇ ਉਹ ਮੀਟਿੰਗ ਪਹਿਲਾਂ 7 ਦੀ ਰੱਖਦੇ ਸੀ, ਫਿਰ ਉਹਨਾਂ ਨੂੰ ਕਿਹਾ 2 ਦਿਨ ਵੱਧ ਲੈ ਲਓ, ਫਿਰ ਉਹ ਕਹਿੰਦੇ 8 ਦੀ ਰੱਖ ਲਓ। ਪਰ ਅਸੀਂ ਉਹਨਾਂ ਨੂੰ ਇਹ ਗੱਲ ਆਖੀ ਕਿ 8 ਤਰੀਕ ਨੂੰ ਸਾਡਾ ਬੰਦ ਹੈ। ਜਦ ਅਸੀਂ ਆਪ ਬੰਦ ਕਰਕੇ ਬੈਠੇ ਹੋਵਾਂਗੇ ਤਾਂ ਆਪ ਕਿਵੇਂ ਆਵਾਂਗੇ ਮੀਟਿੰਗ ਨੂੰ? ਇਸ ਕਰਕੇ ਮੀਟਿੰਗ 9 ਦੀ ਕਰ ਲਓ। ਅਸੀਂ ਕੋਈ ਗੱਲ ਨਹੀਂ ਹੋਈ। ਅਸੀਂ ਬਿਲਕੁਲ ਜਿਹੜੇ ਮੰਤਰੀ ਸਾਹਿਬਾਨ ਉਹਨਾਂ ਨਾਲ ਹੀ ਗੱਲ ਕੀਤੀ ਹੈ। ਅਸੀਂ ਹੋਰ ਕਿਸੇ ਭਾਜਪਾ ਆਗੂ ਨਾਲ ਕੋਈ ਗੱਲ ਨਹੀਂ ਕੀਤੀ। तो बिल्कुल अभी आज मिलेगा ही, क्योंकि इतना बड़ा आंदोलन है और हम उतना समय आंदोलन वापस नहीं लेंगे जब तक ये कानून निरस्त नहीं होंगे। तो अंदर महिलाओं को, बच्चों को हटाने की भी बात कही गई है। अंदर बच्चों को, बुजुर्गों को वहाँ से प्रदर्शन का स्थल से हटाने की भी बात कही गई है। नहीं, उन्होंने अपील की है भी कोविड है, लेकिन हमने कहा ऐसी कोई बात नहीं। कोविड से बड़े खतरनाक तो ये कानून है। आप कानून हटा लीजिए, हम सभी लोग हट जाएंगे बच्चों को हटाने के लिए। मीटिंग का सिलसिला है, कोई सीटा नहीं निकल रहा, बारे की कहोगे? देखो, हर एक मीटिंग तो बाद एक
ਇੱਕ ਇੱਕ ਕਦਮ ਸਰਕਾਰ ਪਿੱਛੇ ਹਟ ਰਹੀ ਆ। ਪਿਛਲੀ ਵਾਰੀ ਸੋਧਾਂ ਤੇ ਸੀ ਔਰ ਅੱਜ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਅਖੀਰ ਤੇ ਇਹ ਕਿਹਾ, ਜਦੋਂ ਅਸੀਂ ਲਗਾਤਾਰ ਇਸ ਗੱਲ ਤੇ ਅੜੇ ਰਹੇ ਕਿ ਕਾਨੂੰਨ ਰੱਦ ਕਰੋ, ਤਾਂ ਉਹਨਾਂ ਨੇ ਇਹ ਕਿਹਾ ਕਿ ਅਸੀਂ 9 ਤਰੀਕ ਤੋਂ ਪਹਿਲਾਂ ਅਸੀਂ ਇਹਦੇ ਤੇ ਵਿਚਾਰਾਂਗੇ, ਜੋ ਤੁਹਾਡੀ ਮੰਗ ਹੈਗੀ ਆ ਤੁਸੀਂ ਜਿਹੜਾ ਹੈਗਾ ਸਾਨੂੰ ਸਮਾਂ ਦਿਓ ਔਰ ਅਸੀਂ ਜੋ ਕੰਸਰਨ ਡਿਪਾਰਟਮੈਂਟ ਨੇ ਜੋ ਲੀਗਲ एक्सपर्ट ਉਹਨਾਂ ਨਾਲ ਗੱਲ ਕਰਕੇ ਇੱਕ प्रपोजल 9 तरीक तो पहले लेके आवांगे। आज चल बिल्कुल प्रपोजल क्या डिस्कस हुआ है? आज 5वीं मीटिंग थी, लगता है कोई सिस्टम नहीं निकला है। नहीं, कोई नतीजा नहीं निकलिया। मीटिंग हुई है, जिन्ने घंटे लगे ने 2 बजे बैठे हैं, 2 ते हुण मेरे ख्याल 7 बजने वाले होणगे, 5 घंटे हो गए, कोई सिट्टा नहीं निकलिया। सरकार बार-बार चर्चा जा रही थी, ਅਸੀਂ ਚਰਚਾ ਵਾਲਾ ਕੰਮ ਉਹਨਾਂ ਦੀ ਪ੍ਰਪੋਜ਼ਲ ਰੱਦ ਕਰਕੇ ਆਪਦੀ ਸਾਰੀ ਗੱਲ ਰੱਖ ਕੇ ਅਸੀਂ ਉਹਨਾਂ ਦਾ ਸਾਇਲੈਂਟ ਹੋ ਕੇ ਬਾਈਕਾਟ ਕੀਤਾ ਇੱਕ ਕਿਸਮ ਦਾ। ਉਹਨਾਂ ਦੀਆਂ ਉਹ ਗੱਲਾਂ ਸੁਣਦੇ ਰਹੇ ਆ, ਅਸੀਂ ਉਹਨਾਂ ਨੂੰ ਬੋਲਣ ਲਈ ਮੁੜ ਕੇ ਜਵਾਬ ਨਹੀਂ ਦਿੱਤਾ। ਅਸੀਂ ਨੇ ਪ੍ਰਦਰਸ਼ਨ ਕੀਤਾ ਉੱਥੇ ਯੈਸ ਸਰ ਨੋ ਦਾ। देखो यस सर नो, सरकार नूं कहा भी जां कानून वापस लो जां जवाब दो। ये जवाब दे बाद जिहड़ा खेतीबाड़ी मंत्री सी वो उठ के चला गया। वो बाद आया 15-20 मिनटां तो बाद आके उन्हें कहा भी मैनूं समा चाहिदा है, मैं समा नाल अपने मंत्री नाल रह करके थोड़ी बार अगली मीटिंग दे विच आपां गल नूं गांह तोरांगे। लेकिन जिस तरीके से उराया साहब आज 5वीं बैठक थी, लगता है कोई सिट्टा निकलेगा अगली मीटिंग में भी? देखो कोई संभावना नहीं है भी सिट्टा निकलेगा, गल आगे तुरेगी, इस बात की संभावना है। लेकिन जिस तरीके से कहा यह जा रहा था कि आने वाली जो बैठक है वहाँ से जो प्रदर्शन स्थल है वहाँ से बुजुर्गों को, महिलाओं को वहाँ से हटा लिया जाए, क्या ऐसी भी कोई बातचीत किसी मंत्री ने कही है? बिल्कुल नहीं, किसी ने कही। वो कहना है, वो कृषि मंत्री हर मीटिंग में बोलता है कि यहाँ से धरना उठा के ले जाओ, ऐसे थोड़ा उठा लेंगे। तो अब आगे का क्या प्लानिंग रहने वाली है आपकी? प्रदर्शन करेंगे, रोष करेंगे, संघर्ष करेंगे, एक्शन प्लान करेंगे। लेकिन जिस तरीके से आपका 8 तारीख का जो प्रदर्शन है वो जारी रहेगा फिर दोबारा से? बिल्कुल जारी रहेगा। जोगिंदर सिंह राज साहब आज तख्ती लैके तुसीं बाहर खड़े सी, दिखाना चाहते हैं की कहना जो मीटिंग ਦੇ ਵਿੱਚ ਮੌਜੂਦ ਸੀਗੇ ਯੈਸ ਔਰ ਨੋ ਦੇਖ ਸਕਦੇ ਹੋ, ਯੈਸ ਔਰ ਨੋ ਦੀ ਤਖਤੀ ਦੇ ਨਾਲ ਜੋਗਿੰਦਰ ਸਿੰਘ ਰਾਜ ਸਾਹਿਬ ਮੌਜੂਦ ਸੀਗੇ। ਕੀ ਗੱਲਬਾਤ ਹੋਈ ਅੰਦਰ? ਗੱਲਬਾਤ ਅੱਜ ਜਦੋਂ ਮੰਤਰੀ ਸਾਹਿਬ ਆਏ ਨੇ ਉਹ ਕਹਿੰਦੇ ਵੀ ਚਰਚਾ ਕਰਨੀ ਹੈ, ਦੱਸੋ ਜੀ ਕਿਹੜੇ ਕਾਨੂੰਨਾਂ ਦੇ ਵਿੱਚ ਕੀ ਫਰਕ ਹੈ, ਸਾਨੂੰ ਜਤਾ ਦਿਓ, ਉਹਨਾਂ ਦੇ ਵਿੱਚ ਅਮੈਂਡਮੈਂਟ ਕਰ ਦਿੰਦੇ ਆ। ਅਸਲ ਵਿੱਚ ਮੰਤਰੀ ਉੱਥੇ ਹੀ ਖੜੇ ਨੇ, ਸਰਕਾਰ ਉੱਥੇ ਹੀ ਖੜੀ ਹੈ। ਅਮੈਂਡਮੈਂਟ ਜੋ ਮਰਜ਼ੀ ਕਰਵਾ ਲਓ, ਅਮੈਂਡਮੈਂਟ ਕਦੀ ਰੱਦ ਨਹੀਂ ਕਰ ਸਕਦੇ ਕਾਨੂੰਨ। ਅਮੈਂਡਮੈਂਟ ਤੇ ਤਿਆਰ ਨੇ, ਅਮੈਂਡਮੈਂਟ ਤੇ ਤਿਆਰ ਨੇ। ਅੱਜ ਸਹਿਮਤੀ ਬਣੀ ਆ, ਪਹਿਲਾਂ ਵੀ ਸਹਿਮਤੀ ਦਿੱਤੀ ਹੈ, ਅੱਜ ਤਾਂ ਸਹਿਮਤੀ ਦਿੱਤੀ ਹੈ ਉਹਨਾਂ ਨੇ। ਅਮੈਂਡਮੈਂਟ ਉਹ ਸ਼ੁਰੂ ਤੋਂ ਹੀ ਕਹਿੰਦੇ ਰਹੇ ਨੇ ਵੀ ਅਮੈਂਡਮੈਂਟ ਕਰਾਂਗੇ ਅਸੀਂ। लेकिन आप तैयार हैं अमेंडमेंट के लिए? ਬਿਲਕੁਲ ਤਿਆਰ ਨੇ, ਅਮੈਂਡਮੈਂਟ ਵਾਸਤੇ ਤਿਆਰ ਨੇ, पर अमेंडमेंट वास्ते कन्विंस कराओ सानू भी किवें हो ठीक है। ਤੁਸੀਂ ਤਿਆਰ ਹੋ ਅਮੈਂਡਮੈਂਟ ਵਾਸਤੇ? बिल्कुल तैयार नहीं। ਨਹੀਂ ਹੋ? नहीं, ਅੱਜ ਅਮੈਂਡਮੈਂਟ ਦੇ ਉੱਪਰ ਕਿੰਨਾ ਪੁਆਇੰਟ ਤੇ ਸਰਕਾਰ ਤਿਆਰ ਹੈ ਅਮੈਂਡਮੈਂਟ ਦੇ ਉੱਪਰ? देखो पॉइंटा पुंडा की जिक्र करने ते बहुत बड़ा टाइम लगना है, ओह पर अमेंडमेंट का साडा इशू नहीं है। दसो ਜਿਹੜੇ ਕਾਨੂੰਨਾਂ ਦੇ ਬਣਾਏ ਸਰਕਾਰ ਦੇ ਕਾਨੂੰਨਾਂ ਦੇ ਵਿੱਚ ਸਰਕਾਰ ਆਪਦੇ ਬਣਾਏ ਹੋਏ ਕਾਨੂੰਨਾਂ 'ਚ ਅਮੈਂਡਮੈਂਟ ਕਰਨ ਵਾਸਤੇ ਤਿਆਰ ਹੈ, ਉਹ ਕਾਨੂੰਨ ਠੀਕ ਕਿਵੇਂ ਹੋ ਸਕਦੇ ਹੈ? ਜੇ ਉਹਦੇ ਵਿੱਚ ਇੰਨੀਆਂ ਖਾਮੀਆਂ ਨੇ ਵੀ ਉਹ ਅਮੈਂਡਮੈਂਟ ਕਰਨੀਆਂ ਪੈ ਰਹੀਆਂ ਨੇ, ਫਿਰ ਰੱਦ ਕਿਉਂ ਨਹੀਂ ਕਰਦੀ ਇਹ ਜੇ ਕਾਨੂੰਨਾਂ ਨੂੰ? ਨਾ ਸਾਨੂੰ ਲੋੜ ਹੈ ਨਾ ਸਰਕਾਰ ਉਹ ਸਮਝਦੇ ਆ ਵੀ ਗਲਤੀਆਂ ਹੋਈਆਂ ਨੇ, ਅਮੈਂਡਮੈਂਟ ਕਰਨੀ ਹੈ। ਇਸ ਕਰਕੇ ਉਹ ਕਾਨੂੰਨ ਵਾਪਸ ਹੋਣ, ਫੇਰ ਹੀ ਕੋਈ ਉਹਨਾਂ ਦਾ ਮੱਥਾ ਬਣੇ। आपने क्या मांग अपनी रखी है? ਅਸੀਂ ਬੜੀ ਜ਼ੋਰਦਾਰ ਤਰੀਕੇ ਨਾਲ ਗੱਲਾਂ ਰੱਖੀਆਂ ਨੇ। ਅਸੀਂ ਕਿਹਾ ਵੀ ਇਹਨਾਂ ਨੂੰ ਰੱਦ ਕਰੋ, ਪਰ ਉਹ ਮੰਨੇ ਨਹੀਂ ਰੱਦ ਕਰਨ ਲਈ, ਤੇ ਇਸ ਲਈ ਅਸੀਂ ਫਿਰ ਉਹਨਾਂ ਨੂੰ ਮੌਨ ਧਾਰ ਲਿਆ। ਮੌਨ ਧਾਰਨ ਤੋਂ ਬਾਅਦ ਯੈਸ ਨੋ ਦੀ ਉਹਨਾਂ ਨਾਲ ਗੱਲ ਕੀਤੀ ਗਈ, ਪਰ ਉਹ ਕਿਸੇ ਗੱਲ ਤੇ ਨਹੀਂ ਆਏ। ਫਿਰ ਕਹਿੰਦੇ ਮੀਟਿੰਗ ਲੈ ਲਓ। ਅਸੀਂ 8 ਨੂੰ ਕਹਿੰਦੇ ਮੀਟਿੰਗ, ਅਸੀਂ 8 ਨੂੰ ਸਾਡਾ ਪੂਰਨ ਤੌਰ ਤੇ ਬੰਦ ਆ। ਫਿਰ 9 ਤਰੀਕ ਦੀ ਮੀਟਿੰਗ ਦਾ ਫੈਸਲਾ ਹੋਇਆ। ਅਸੀਂ ਕਿਹਾ 9 ਨੂੰ ਪੂਰੀ ਸਲਾਹ ਬਣਾ ਕੇ ਆਓ, ਅਸੀਂ ਰੋਜ਼ ਇਸ ਤਰ੍ਹਾਂ ਬੈਠਣਾ ਨਹੀਂ, ਟਾਈਮ ਤੁਹਾਡਾ ਵੀ ਖਰਾਬ ਹੁੰਦਾ, ਸਾਡਾ ਵੀ ਟਾਈਮ ਖਰਾਬ ਹੁੰਦਾ। 8 ਨੂੰ ਭਾਰਤ ਬੰਦ ਕਰਾਂਗੇ, 8 ਨੂੰ ਹੀ ਹੋਰ ਅਸੀਂ ਕੋਈ ਵੱਡਾ ਸੱਦਾ ਦੇਵਾਂਗੇ, ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ। तो बिल्कुल 8 तारीख को फैसला क्या होगा? जो किसानों के जो बिल्लां ਦੀ ਗੱਲ ਨਹੀਂ ਹੈ, ਉਹ ਕਿਸਾਨ ਜਿਹੜੇ ਹੈ ਸਰਕਾਰ ਕਿਸਾਨ ਨਾਲ ਜਿਹੜੀ ਗੱਲਬਾਤ ਹੋ ਰਹੀ ਹੈ ਉਹਦਾ ਅੱਛਾ ਰਿਜ਼ਲਟ ਨਿਕਲਣਾ, ਕੋਈ ਮਾੜਾ ਨਹੀਂ है। लेकिन ज्ञानी साहब जिस तरीके से आज 5वीं मीटिंग की लगता है नहीं, लोगों की आशाएं थी कि टूटेगा, ये तो जो आप सरकार बात मानेगी आपकी? क्यों नहीं मानेगी सरकार किसानों की है, सरकार देशवासियों की है, सरकार कोई ऊपर से नहीं आती, सरकार पब्लिक की है, सरकार जनता की है, तो सरकार जनता की बात क्यों नहीं मानेगी? एमएसपी का काम मानने के लिए आप लोग तैयार हैं? सब कई जो दो सब बात क्या कानून वापस होंगे? कानून वापस होंगे?
लोकतंत्र यानी कानून की बात क्यों करते हो? लेकिन किसान कह रहे हैं कि कानून वापस होने चाहिए। जो किसानों के हित में होगा वो होगा। नहीं तो वापस होंगे कानून, वापस होंगे कानून। भाई कानून वापस क्या, आपको क्यों इसे ये बात कर रहे हो? जिससे किसान का भला होगा, जिससे किसान खुश होगा, वही काम होगा। पार्टी के लोकतंत्र बिल्कुल कह रहे हैं बैठक में फैसला होगा। बैठक में आए हो पहले तो लगातार बताइए कि अंदर क्या बातचीत हुई है? जारी रहेगा। 8 तारीख का जो आंदोलन है वो जारी रहेगा। हड़ताल का आंदोलन जारी रहेगा। 9 तारीख को मीटिंग चलेगी। ये मीटिंग में सरकार जो है वो आपका फैसला नहीं करती है वापस लेने के लिए, तो ये आंदोलन जो चल रहा है लगातार चलेगा। 9 तारीख के बाद किसान अपनी मीटिंग करेंगे या नहीं करेंगे, 9 तारीख को फैसला लेंगे। 8 तारीख को जो आपका एजिटेशन है, एजिटेशन बंद की कॉल आपने 8 तारीख को दे रखी है। वो चालू है। 8 तारीख को बंद है। वो 7 तारीख को मीटिंग रखते थे, ਅਸੀਂ नहीं किया, ਅਸੀਂ ਉਹਨਾਂ ਨੂੰ ਇੱਕ ਦਿਨ ਹੋਰ ਦਿੱਤਾ ਹੋਇਆ ਜੀ। लेकिन आपकी तरफ से जाने के लिए आपको किसान संगठन है वो तैयार है। जिस तरीके से किसान लंबा कर रही है, इस काम को लंबा खींच रही है, ये सरकार के लिए नुकसानदेह है। और जिन लोगों ने सरकार को तख्त पर बिठाया है, उन लोगों को सड़क पर रोकने का जतन कर रही है सरकार। ये बहुत घटिया है। वो स्टैंड जी करदा, वो ਅਸੀਂ ਭਾਰਤ ਬੰਦ ਦਾ 8 ਤਰੀਕ ਨੂੰ ਬਿਲਕੁਲ ਬੰਦ ਆ। ਤੁਹਾਨੂੰ ਲੱਗਦਾ ਹੈ ਕੇਂਦਰ ਸਰਕਾਰ 9 ਦਸੰਬਰ ਨੂੰ ਜਿਹੜੀ ਮੀਟਿੰਗ ਰੱਖੀ ਹੈ ਉਹਦੇ ਵਿੱਚ ਕਾਨੂੰਨ ਰੱਦ ਕਰੇਗੀ? ਦੇਖੋ ਆਸ ਨਾਲ ਹੀ ਇਹ ਕੰਮ ਚੱਲਦਾ, ਆਸ ਨਾਲ ਹੀ ਅੱਜ ਐਸਾ ਜਾਨ ਰਾਸ਼ੇ ਰਹੇ ਆ, ਪਰ ਸਰਕਾਰ ਝੁਕ ਗਈ ਹੈ। ਪਰ ਮੈਂ ਨਾ ਸਰਕਾਰ ਨੂੰ ਐਡੀ ਅੜੀ ਨਹੀਂ ਕਰਨੀ ਚਾਹੀਦੀ। ਦੇਸ਼ ਦਾ ਪ੍ਰਧਾਨ ਮੰਤਰੀ ਜਿਹਨੂੰ ਦੁਨੀਆ ਵੇਖ ਰਹੀ ਹੈ ਇਸ ਟਾਈਮ, ਲੋਕ ਵੀ ਬਾਹਰੋਂ ਹਮਾਇਤ ਕਰ ਰਹੇ ਨੇ ਇਸ ਗੱਲ ਦੀ, ਲੇਕਿਨ ਪ੍ਰਧਾਨ ਮੰਤਰੀ ਨੂੰ ਸਹੀ ਫੈਸਲਾ ਲੋਕਾਂ ਦੇ ਹੱਕ ਵਾਸਤੇ ਕਰਨਾ ਚਾਹੀਦਾ ਔਰ ਲੋਕਾਂ ਦੀ ਨਬਜ਼ ਪਛਾਣ ਕੇ ਲੋਕਾਂ ਦੇ ਹੱਕ 'ਚ ਫੈਸਲਾ ਦੇਣਾ ਚਾਹੀਦਾ। ਧੰਨਵਾਦ। सर ये बताइए कि मेनू रखोगे? कृषि मंत्री ने ये भी कहा है कि बुजुर्गों को, महिलाओं को वहाँ से हटा लेना चाहिए। वो कहते हैं हम क्या कोई भी नहीं जाता पीछे, उतनी देर नहीं जाएगा जितनी देर ये कानून रद्द नहीं होंगे। ਲੱਗਦਾ ਕਿ ਇਹ ਕਾਨੂੰਨ ਰੱਦ ਕਰਾਉਣ ਤੋਂ ਬਾਅਦ ਅਸੀਂ ਕਿੱਥੇ ਆਈਦਾ ਜੇ ਨੌਜਵਾਨਾਂ ਕਮਾਲ ਹੋ ਗਈ ਤੁਹਾਡੇ ਵਾਲੇ, ਆ ਤਾਂ ਗਲਤ ਕਰਦੇ ਕੰਮ। ਸਾਡੇ ਜਿਤਨੇ ਆਦਮੀ ਉਨकी फीस भी सब में बड़ी हो गई। ਇਹ ਤਾਂ ਸਰਕਾਰ ਕੋਈ ਨਾਲ ਆਈ ਸੀ ਕੋਈ ਨਾਲ ਆ ਜਾਵਾਂਗੇ ਵੇਟ ਤਾਂ ਕਰ ਲਓ 5 ਮਿੰਟ ਖੜ ਜਨੇ ये देखो डेलीगेट क्या बात है 2 मिनट के लिए छाड़ना था 2 मिनट के लिए। देव जी जिस तरीके से आज बैठक हुई है, लगता है कि कोई सिस्टम निकल पाया? सिट्टा क्या निकलना था, वो तो वही रोज रट्टा लगा रहे हैं। 3 बैठे तो पहली 3 बैठकें वैसे भी निकली और चौथी मीटिंग में कुछ हुआ तो उन्होंने ये मान लिया चर्चा में कि हमारे कानून में कमियां हैं, लेकिन वो कमियां आज फिर उन्होंने चर्चा शुरू कर दी। जब किसी बात पर कोई निर्णय पर नहीं पहुंच रही थी तो हमने ये तख्ती लिख के आगे लगा दी, भाई हम चर्चा कर चुके हैं, रोज रोज चर्चा नहीं, हमें यस या नो का जवाब दो। उस वक्त फिर मंत्री साहब अंदर गए, उन्होंने बात करके फिर आगे फिर बात सुनने के लिए अगली तारीख। सर अगर बात करें, लगातार उनसे कहा गया कि जो बुजुर्ग हैं, महिलाएं हैं, उनको वहाँ से हटा लीजिए, इसका क्या मतलब है? ये तो उनकी चाल है ना, सरकार बहुत सी साथ से रहती है। फिर कुछ महिलाएं जाएंगी, बच्चे जाएंगे, तो लोग कम होंगे, फिर आज महिलाएं चल गई, कल को आदमी चल जाएंगे, तो एजिटेशन को फेल करने की एक साजिश है ना। तो 8 तारीख को जो आपका प्रदर्शन है वो चालू रहेगा? भैया जितनी देर हमारे मसले हल होते प्रदर्शन इससे भी गर्म होगा। बंद की कॉल की गई है आपकी तरफ से? 8 तारीख को बंद की कॉल की गई है? बंद की कॉल नहीं है, चक्का जाम की है। बंद किया और चक्का जाम में फर्क होता है। चक्का जाम की वो जारी है। निकल पाया जो जैसे होते हैं ना, कट्टी कट्ठा निकलेगा, वो निकलते नेड़े ही आ। पीड़ा शुरू हुई ने सरकार ਨੂੰ, जिस तरह कोई बच्चा होना ਹੁੰਦਾ ਵਾ। ਇਹ ਲਾਜ਼ਮੀ ਤੌਰ ਤੇ ਸਾਡੀ ਜਿੱਤ ਹੋਊਗੀ। ਜਿਹੜੀ ਮੀਟਿੰਗ ਆ ਉਹ ਜੈਸ नो ਵਾਲੀ ਹੈ ਸਾਡੀ 9 ਤਰੀਕ ਨੂੰ। ਅਸੀਂ ਤਾਂ 9 ਤਰੀਕ ਮੰਨੀ ਆ ਵੀ 8 ਤਰੀਕ ਨੂੰ ਪ੍ਰੈਸ਼ਰ ਹੋਊਗਾ, ਲੋਕ ਬਹੁਤ ਆ ਜਾਣਗੇ। ਅਸੀਂ ਕਹਿ ਰਹੇ ਸਾਰੇ ਦੇਸ਼ ਵਿੱਚ ਜਿਹੜੀਆਂ ਐਡਜੋਨਿਕ ਸਟੇਟਸ ਆ, ਜਿਸ ਤਰ੍ਹਾਂ ਅੱਜ ਪੰਜਾਬ ਨੂੰ ਬਿਲੋਂਗ ਕਰਦਾ, ਅਸੀਂ ਆਪਣੀ ਆਰਗੇਨਾਈਜੇਸ਼ਨ ਸਾਰਿਆਂ ਵੱਲੋਂ ਕਹਿ ਰਹੇ ਹਾਂ, ਹਰ ਫਾਰਮ ਫੈਮਿਲੀ 'ਚੋਂ ਇੱਕ ਆਦਮੀ ਆਵੇ। 17 ਲੱਖ ਫਾਰਮ ਫੈਮਿਲੀਜ਼ ਨੇ, ਜੇ ਅੱਧੇ ਵੀ ਆ ਗਏ ਅਸੀਂ ਇਹ ਦਿੱਲੀ ਦਾ ਵਿਚਾਰ ਛਪੇਰਾ ਜਿਹੜਾ ਪ੍ਰੈਸ਼ਰ ਹੈ ਨਾ, ਜਿਹੜਾ ਤੁਸੀਂ ਸਮਝਦੇ ਆ ਵੀ ਕੋਈ ਭੰਨ ਤੋੜ ਹੋ ਜੇ ਜਾਂ ਕੁਝ ਐਸਾ ਹੋ ਜਾਵੇ, ਐਸਾ ਨਹੀਂ ਹੋਏਗਾ। ਇਹ ਜੋ ਲੋਕਾਂ ਦਾ ਹੜ੍ਹ ਆ ਨਾ ਜਿਹੜਾ, ਉਹੋ ਹੀ ਮੰਗਾਂ ਨੂੰ ਮਨਾਉਂਦਾ। ਮਾਸ ਪ੍ਰੈਸ਼ਰ ਇਜ਼ ਦੀ ਓਨਲੀ ਸੋਲੂਸ਼ਨ ਟੂ ਐਕਸੈप्ट ਦੀ डिमांड। ਇਹ ਮਨਾ ਕੇ ਰਵਾਂਗੇ। लेकिन नाम जी जिस तरीके से कहा गया है कि वहाँ से बुजुर्गों को हटा लिया जाए, तो इसका क्या मायने है?
किसको टाले जाए? कि कृषि मंत्री ने कहा है कि वहाँ से बुजुर्गों को, महिलाओं को, बच्चों को हटा लिया वो जाए। नहीं, वो हमें वो ऐसी है ना, फूट डाल रहे, हमारे में फूट डाल के हट गए, कोई ऐसा करने में हट गए, उनको डरावा देने के हट गए। मिलिट्री लियावांगे, BSF लियावांगे, ਅਸੀਂ ਕਹਿੰਦੇ ਜੇ ਲਿਆ ਕੇ ਤੇ ਵੇਖੋ ਇੱਥੇ ਇਹ ਜਿਹੜਾ ਵਾ ਪੁਰਾਣੀਆਂ ਜਿਹੜੀਆਂ ਆਜ਼ਾਦੀ ਦੀ ਲੜਾਈਆਂ ਉਹ ਤਾਜ਼ੀਆਂ ਹੋ ਜਾਣਗੀਆਂ। ਇੱਥੇ ਨਵੇਂ ਜਿਹੜੇ ਆ ਨਵੇਂ ਮਸਲੇ ਬਣਨਗੇ। ਇਹ ਅਸੀਂ ਖੂਨ ਖਰਾਬੇ ਤੋਂ ਨਹੀਂ ਅਸੀਂ ਡਰਦੇ, ਪਰ ਅਸੀਂ ਪੀਸਫੁਲ ਰਹਾਂਗੇ। ਧਰਮਿੰਦਰ ਸਿੰਘ ਪਾਲ ਮਾਜਰਾ, BKU लखोवाल। लखोवाल से आप हैं। लखोवाल साहब, जिस तरीके से लगातार अंदर बैठकों का दौर जारी है, क्या लगता है कि सिट्टा कोई निकल पाएगा आने वाले दिनों में? ਦੇਖੋ ਸਰਕਾਰ ਨੂੰ ਕੱਢਣਾ ਪਊਗਾ ਛਿੱਟਾ, ਹਰ ਹਾਲਤ 'ਚ ਕੱਢਣਾ ਪਊਗਾ। ਇਹ ਨਹੀਂ ਗੱਲ, ਇਹ ਗੱਲਾਂ ਬਾਤਾਂ ਨਾਲ ਨਹੀਂ ਸਰਨਾ, ਹੋਰ ਪ੍ਰੈਸ਼ਰ ਵਧੂਗਾ। ਕਾਰਪੋਰੇਟ ਘਰਾਣਿਆਂ ਦੇ ਜਿਹੜੀ ਪ੍ਰੈਸ਼ਰ 'ਚ ਆ ਸਰਕਾਰ, ਉਹਨਾਂ ਦਾ ਮੋਹ ਨਹੀਂ ਛੱਡਦੀ, ਇਹਨੂੰ ਛੱਡਣਾ ਪਊਗਾ। ਆਮ ਲੋਕਾਂ ਦੀ ਗੱਲ ਕਰਨੀ ਪਊਗੀ। ਹੁਣ ਤੱਕ ਸਰਕਾਰ ਬੜੇ ਕਾਰਪੋਰੇਟ ਘਰਾਣਿਆਂ ਨੂੰ ਰਿਆਇਤਾਂ ਦਿੰਦੀ ਆ। ਚਾਹੀਦਾ ਤਾਂ ਇਹ ਆ ਜਿਨ੍ਹਾਂ ਨੇ ਸਰਕਾਰ ਇਹਨਾਂ ਨੂੰ ਕੁਰਸੀਆਂ ਦਿੱਤੀਆਂ ਨੇ ਉਹਨਾਂ ਦੀ ਗੱਲ ਕਰਦੀ, ਪਰ ਇਹਨੇ ਉਹਨਾਂ ਦੀ ਗੱਲ ਨਾ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਲੱਖਾਂ ਕਰੋੜਾਂ ਦੀਆਂ ਰਿਆਇਤਾਂ ਦਿੰਦੀ ਆ। ਇਹ ਇਤਿਹਾਸ ਬਦਲੂਗਾ। ਹੁਣ ਇਹਨਾਂ ਨੂੰ ਲੋਕਾਂ ਦੇ ਹੱਕ ਦੀ ਗੱਲ ਕਰਨੀ ਪਊਗੀ। ਜਿਹੜਾ ਸਰਕਾਰ ਨੂੰ ਲੱਗਦਾ ਵੀ ਇਹਨਾਂ ਕੋਲ 3.5 ਸਾਲ ਪਏ ਨੇ ਹਲੇ ਵੀ ਸਾਡਾ ਕੋਈ ਕੀ ਵਿਗਾੜ ਲੂ, ਇਹਨਾਂ ਨੂੰ ਸ਼ਾਇਦ ਇਹ ਭੁਲੇਖਾ। BJP 'ਚ ਵੀ ਬਹੁਤ ਜ਼ਮੀਰ ਵਾਲੇ ਬੰਦੇ ਬੈਠੇ ਨੇ ਜਿਹੜੇ ਸਰਕਾਰ ਨੂੰ ਇੱਥੇ तक भी सरकार टूट भी सकती है। एक बात बताइए कि लगातार सरकार बैठक में बैठक कर रही है, ठीक है। बैठक में बैठक कर रही है, लगता है कि बैठकों से सिट्टा निकल पाएगा कोई? सिट्टा हर हालत 'ਚ निकलूगा। सरकार ਨੂੰ ਕੱਢਣਾ ਪਊਗਾ। ਅਸੀਂ ਬਿਨਾਂ ਰਿਜ਼ਲਟ ਲੈ ਜਾਵਾਂਗੇ नहीं। लगता है कि कोई सरकार आपकी जो मांगे है वो मानेगी? क्यों नहीं मानेगी? अगर सरकार लोकतांत्रिक है, हमारी मांगे जायज हैं, तो सरकार को मानना पड़ेगा। लेकिन आज 5वें दौर की बैठक थी, 5वें दौर की बैठक में भी कोई हल नहीं निकल पाया है। इसके लिए सरकार तैयार नहीं थी। सरकार ने कहा कि आपकी मांगे अन्य मंत्रालयों से संबंधित भी है, उनके साथ हमारी चर्चा नहीं हो पाई है। अन्य मंत्रियों से और ऊपर के नेताओं से भी हमको चर्चा करना पड़ेगी, और चर्चा के बाद हम लोग 9 तारीख को बैठते हैं और 9 तारीख को बैठकर फिर निर्णय करेंगे। तो लगता है कि उस जो 9 तारीख को बैठक होगी उसमें कोई निर्णय निकल पाएगा ठोस? हमको पूरी आशा है कि डायलॉग से हल निकलता है, चर्चा से हल लेकिन निकलता काका जी है। एक बात और बताइए, सरकार ये कह रही है कि जितने भी बदलाव हैं वो आप बिल के अंदर कर लीजिए, लेकिन हम बिल वापस नहीं लेंगे। सरकार का ये कहना है और हमारा कहना भी ये है कि सारे बदलाव जब हो गए तो बचेगा क्या वो, और जब वो बचेगा नहीं तो उसको आप खत्म करिए। क्यों आप उसको इशू बनाए हुए हैं? हमारा कहना ये है। ठीक है, तो बिल्कुल आप ਅਸੀਂ ਵੀ ਲੰਗਰ ਮੰਗਾ ਤੇ ਤੁਸੀਂ ਵੀ ਇਸ ਤਰ੍ਹਾਂ ਕਰਿਆ ਕਰੋ। ਉਹ ਗੁਰੂ ਕਾ ਲੰਗਰ ਆਉਂਦਾ, ਉਹ ਛਕ ਲਿਆ ਕਰੋ। ਅਸੀਂ ਵੀ ਤੇ ਇਸੇ ਤਰ੍ਹਾਂ ਹੀ ਆ। ਇਹ ਮਸਲਾ ਸਾਡੇ ਇਕੱਲਿਆਂ ਦਾ ਥੋੜਾ, ਇਹ ਮਸਲਾ ਸਾਰੇ ਦਾ। 5-5 ਘੰਟੇ ਕਿਉਂ ਲੱਗਦੇ ਸਰਕਾਰ ਨੂੰ? ਇਹ ਤਾਂ ਵੀ ਹੁਣ ਉਹੀ ਦੱਸ ਸਕਦੇ ਜਿਹੜੇ 5-5 ਘੰਟੇ ਆ ਸਾਨੂੰ ਲਿਖ ਕੇ ਕਿਉਂ ਲਾਉਣਾ ਪਿਆ। ਇਸੇ ਕਰਕੇ ਲਿਖ ਕੇ ਲਾਣ ਵੀ ਹਾਂ ਜਾਂ ਨਾ, ਐਵੇਂ ਸਾਡੀ ਨਾਲ ਮੱਥਾ ਖਪਾਈ ਨਾ ਕਰੋ। ਪਿਛਲੀ ਮੀਟਿੰਗ ਦੇ ਵਿੱਚ ਜਿਹੜੇ ਭਾਰਤੀ ਮੰਤਰੀ ਆ ਉੱਪਰ ਫੋਨ ਕਰਦੇ ਸੀ, ਅੱਡ ਜਾ ਕੇ ਮੀਟਿੰਗ ਕਰਦੇ ਸੀ। ਅੱਜ ਵੀ ਕੋਈ ਘੁਸਰ ਮੁਸਰ ਜਿਹੜੀ ਜਾਰੀ ਰਹੀ ਇਸੇ ਤਰ੍ਹਾਂ ਹੀ ਅੱਜ ਵੀ ਕਦੀ ਅੰਦਰ ਕਦੀ ਬਾਹਰ, ਕਦੀ ਅੰਦਰ ਕਦੀ ਬਾਹਰ, ਇਹੋ ਕੁਛ ਹੀ ਕਰਦੇ ਸੀ। ਤਾਂ ਪੰਜਾਬ ਵਾਲੇ ਜਿਹੜੇ ਸੋਮ ਪ੍ਰਕਾਸ਼ ਸੀ ਉਹਨਾਂ ਦਾ ਕੀ? ਕਿਉਂਕਿ ਸਾਡੇ ਆਪਣੇ ਨੇ ਪ੍ਰਕਾਸ਼ ਜੀ ਵੀ ਵਿਚਾਰੇ ਜਿਹੜੇ ਸਾਨੂੰ ਤਾਂ ਵਿਚਾਰੇ ਨੇ, ਉਹਨਾਂ ਨੂੰ ਤੇ ਆ ਵੀ ਮੈਂ ਕੱਲ ਨੂੰ ਜਵਾਬ ਦਊਂਗਾ, ਮੈਂ ਤੁਹਾਡੀ ਵੱਡੀ ਗੱਲ ਕੀਤੀ, ਇਹ ਕੀਤੀ, ਉਹ ਵੀ ਤਾਂ ਇਸੇ ਤਰ੍ਹਾਂ ਜੀ ਜੀ ਬਿਲਕੁਲ। ਸਿੱਖਾ ਸਾਹਿਬ ਕੋਈ ਇਸ਼ਾਰਾ ਸਰਕਾਰ ਵੱਲੋਂ ਕੀ ਲੱਗਦਾ? 9 ਤੋਂ ਬਾਅਦ ਅੱਗੇ ਤਰੀਕਾਂ ਵੀ ਪੈਣਗੇ। ਤਰੀਕ ਪੇ ਅਜੇ 7 ਤਰੀਕ ਹੈ, 9 ਨਾ ਕਹੀ ਜੋ, ਅਜੇ ਪਤਾ ਨਹੀਂ। ਸ਼ਾਇਦ ਕੱਲ ਨੂੰ ਸਦਾ ਪੱਤਰ ਆ ਜਾਵੇ, ਸ਼ਾਇਦ 7 ਤਰੀਕ ਨੂੰ ਜਿਹੜੀ ਆ ਉਹ ਗੱਲ ਹੋਏਗੀ। ਕੀ ਹੁੰਦੀ ਆ ਉਹ ਫਿਰ ਤੁਹਾਨੂੰ ਦੱਸਾਂਗੇ ਤੇ ਕੀ ਹੁੰਦੀ ਆ ਤੁਹਾਡੇ ਸਾਹਮਣੇ ਆ। ਇਸ਼ਾਰਾ ਕੀ ਹੋਇਆ? ਇਸ਼ਾਰਾ ਕੁਝ ਤਾਂ ਹੋਏਗਾ। ਦੇਖੋ ਅਸੀਂ ਉਹਨੂੰ ਜਦੋਂ ਯੈਸ ਤੇ ਨੋ ਲਿਖਤਾ, ਹੁਣ ਉਹਨਾਂ ਨੇ ਕਿਹਾ ਵੀ ਚੰਗੇ ਅਸਾਰ ਹੋਣਗੇ। ਚੰਗੇ ਕਿਹੋ ਜਿਹੇ? ਅੱਖਾਂ ਕੱਚ ਤੇ ਟਿਕਦੀਆਂ ਸੀ ਜਦੋਂ ਐਦਾਂ ਉਹ ਦੇਖਦੇ ਸੀ, ਹਾਂ ਤੇ ਟਿਕਦੀ ਸੀ ਕਿ ਨਾ ਤੇ ਟਿਕਦੀ। ਉਹ ਵੇਖ ਕੇ ਹੈਰਾਨ ਉਹ ਭਾਰਤੀ ਸਰਕਾਰ ਜਿਹੜਾ ਉਹ ਲੜ ਰਹੇ ਆ। तो नए कानून में क्या चाहते हो? सब लगे जब ये रद्द हो जाए तो इसमें से क्या 8 तारीख को आप लोग भारत बंद करने जा रहे हैं? वो आप लोग आगे हाँ होगा, करेंगे ये सब जो आ रहे
ट्रांसपोर्टर आ रहे, ये आ रहे, टेम्पो ट्रक वाले आ रहे, दुकानदार आ रहे, सभी शांतिपूर्ण तरीके से करेंगे। हाँ, शांति से करना, सबको मदद करेंगे। सरकार हमारे तो यही तो है, लेकर 1 घंटा बस है, है कि नहीं आपको? सारी चीजों को बात है, तो बिल भी है ना पहले। इसके अलावा और आप लोग की क्या प्लानिंग रहेगी आगे के? आगे को तो सरकार के बाद प्लानिंग बनाओगे, फिर 9 को फिर बना लेंगे प्लानिंग, शाम को तो यहीं मिलेंगे सब। अभी सरकार के रवैये से क्या लग रहा है आपको कि आगे 9 तारीख हमें तो ये लगेगा सरकार अब का एजेंडा लेकर आवे, वो करते काम अपना। किसान भी अपना भाई बल्ले बल्ले करता अपना है, घरों की तरफ पूजा। क्या कहना विजय साहब, आज फिर 5वीं बैठक मांगते रहे। मौन व्रत पे बैठ गए थे आप? हाँ, मौन व्रत पर भी बैठे। तो अगली क्या रणनीति रहेगी? आगे आवेंगे 9 तारीख में, फिर बात करेंगे। बंद रहेगा? बंद तो 8 तारीख में रहेगा। लेकिन बैठक का लगातार बैठक पे बैठक हाँ, पे बैठक। चले जब बड़ा काम हो, क्योंकि देश भी तो बड़ा है, तो बैठक भी बड़ी होनी चाहिए। तो क्या लगता है कि अगली बैठक में कोई ठोस निष्कर्ष भाई तो सरकार लेकर आओगी, प्रपोजल क्या लेकर आती है सरकार बताएगी। तो लगता है कि अगली मीटिंग में कोई अच्छा हाँ, अच्छा रिजल्ट आना चाहिए अगली मीटिंग में। आपने अंदर आज मौन व्रत रखा, सरकार बोलती रही हम गांधीगिरी आप अंदर हाँ अंदर दिखावेंगे गांधीगिरी। चलती रहेगी ये गांधीगिरी? ये तो चलती रहे, आते रहेंगे, हमें क्या कहीं से दूर से आना, आते रहेंगे, करेंगे। खबर इस समय आप देख रहे हैं। ਸਰਕਾਰ ਆਪਦੀ ਗੱਲ ਤੇ ਅੜੀ ਹੋਈ ਹੈ, ਅਸੀਂ ਆਪਦੀ ਗੱਲ ਤੇ ਜੇ ਕਹਿਣਾ ਹੋਵੇ ਅੜੇ ਹੋਏ ਆ। ਉਹਦੇ ਜੋ ਡੈਡਲੌਕ ਹੋਇਆ, ਅਸੀਂ ਬੋਲਣਾ ਵੀ ਬੰਦ ਕਰਿਆ ਰੋਸ ਵਜੋਂ, ਤੇ ਉਹਨੇ ਸਰਕਾਰ ਨੇ ਕਿਹਾ ਜਿਹੜੇ ਉਹਦੇ ਮੰਤਰੀ ਸੀਗੇ ਕਿ ਮੈਂ ਇਕੱਲਾ ਕੋਈ ਫੈਸਲਾ ਕਰਨ ਦੀ ਹਾਲਤ 'ਚ ਨਹੀਂ, ਅਸੀਂ ਦੁਬਾਰੇ ਵਿਚਾਰਾਂਗੇ, ਜਿਹੜੇ ਅਸੀਂ ਫੈਸਲੇ ਕਰਾਂਗੇ ਉਹਦੀਆਂ ਲਿਖਤਾਂ ਸਾਨੂੰ ਦੇਵਾਂਗੇ, ਤੁਸੀਂ ਅਗਲੀ ਮੀਟਿੰਗ 'ਚ ਉਹਨਾਂ ਤੇ ਸੋਚ ਵਿਚਾਰ ਕੇ ਆਓ। ਉਹ ਮੀਟਿੰਗ 7 ਨੂੰ ਹੁੰਦੀ ਹੈ ਜਾਂ 9 ਨੂੰ ਹੁੰਦੀ ਹੈ, ਉਹ ਅਸੀਂ ਉਸ ਮੀਟਿੰਗ 'ਚ ਸ਼ਾਮਲ ਹੋਵਾਂਗੇ। ठीक है, आंदोलन ਤੁਹਾਨੂੰ नहीं लग रहा कि लंबा खिंच रही है जान के? सरकार जो इसके ऊपर हल कटना चाहती है, मंसूबे लग रहे हैं ਸਰਕਾਰ ਜਿਹੜਾ ਲੰਮਾ ਕਰ ਰਹੀ ਹੈ ਉਹਨੂੰ ਕੋਸ਼ਿਸ਼ ਲੱਗਦੀ ਹੈ ਵੀ ਇਹਦੇ ਵਿੱਚ ਕੋਈ ਬੰਦੇ ਵੜ ਕੇ ਗੜਬੜ ਕਰਾ ਦਿਆਂਗੇ, ਹੋਰ ਕਰਾ ਦਿਆਂਗੇ, ਕਿਸੇ ਨੂੰ ਪਾੜ ਲਾਂਗੇ। ਅਸੀਂ ਸਰਕਾਰ ਜੋ ਮਰਜ਼ੀ ਕੋਸ਼ਿਸ਼ਾਂ ਕਰੇ, ਇਦੋਂ ਪਹਿਲਾਂ ਬਥੇਰੀਆਂ ਉਹਨੇ ਕੀਤੀਆਂ, ਉਹ ਕਾਮਯਾਬ ਹੋਈ ਨਹੀਂ, ਨਾ ਗਾਹਾਂ ਨੂੰ ਹੋਊਗੀ। ਸਰਕਾਰ ਕੋਲੇ ਦੋ ਹੀ ਰਾਹ ਹੈ, ਜਾਂ ਇਹ ਮੰਗਾਂ ਮੰਨ ਲੈ ਜਾਂ ਉਹਦੀ ਤਾਕਤ ਵਰਤ ਲੈ। ਅਸੀਂ ਇਹਦੇ ਬਾਵਜੂਦ ਕਹਿੰਦੇ ਜੇ ਸਰਕਾਰ ਤਾਕਤ ਵੀ ਵਰਤੂ, ਇਹਦੇ ਬਾਵਜੂਦ ਉਹਨੂੰ ਮੰਗਾਂ ਮੰਨਣੀਆਂ ਪੈਣੀਆਂ। ਅਸੀਂ ਜਾਂਦੇ ਨਹੀਂ ਜਿਨ੍ਹਾਂ ਨੂੰ ਮਰਜ਼ੀ ਮਾਰਦੇ, ਜਿਨ੍ਹਾਂ ਨੂੰ ਮਰਜ਼ੀ ਕੁੱਟਦੇ। ਸਰਕਾਰ ਸੰਸ਼ੋਧਨ ਬਾਰੇ ਕਹਿ ਰਹੀ ਹੈ ਕਿ ਅਸੀਂ ਕਰ ਲਵਾਂਗੇ ਕੁਝ ਪੁਆਇੰਟ ਤੇ। ਸੰਸ਼ੋਧਨ ਵੇਲੇ ਕੋਈ ਸਾਡੀ ਸਹਿਮਤੀ ਨਹੀਂ। ਕਾਰਨ ਇਹ ਜਿਹੜੇ ਕਾਨੂੰਨ ਐ, ਅਸੀਂ ਸਮਝਿਆ ਖੇਤੀ ਨੂੰ ਉਜਾੜਦੇ, ਸਾਡੇ ਮੌਤ ਦੇ ਵਾਰੰਟ ਹੈ, ਉਹਦੀ ਸੋਧਾਂ ਦਾ ਕੀ ਮਾਮਲਾ? ਜਿਹਨੂੰ ਅਸੀਂ ਮੌਤ ਦੇ ਵਾਰੰਟ ਸਮਝਦੇ ਹਾਂ, ਅਸੀਂ ਉਹਨੂੰ ਖਾਰਜ ਕਰਾਉਣਾ ਚਾਹੁੰਦੇ, ਖਤਮ ਕਰਾਉਣਾ ਚਾਹੁੰਦੇ ਹਾਂ। ਠੀਕ ਹੈ। ਮੈਂ ਝੰਡਾ